वाहिगुरु जी। सतनाम वाहिगुरु जी। प्रथम भगवती सिमर कै गुर नानक लई ध्याए। फिर अंगद गुर ते अमरदास रामदास होई सहाय। अर्जन हर गोबिंदनो सिमरो श्री हर राय। श्री हर कृष्ण ध्याईऐ जिस डिठे सब दुख जाए। तेग बहादुर सिमरिया घर नौ निध आवै थाए। सब थाई होए सहाय। तेग बहादुर सिमरिया घर नौ निध आवै थाए। सब थाई होए सहाय। ज्यों बुलावै त्यों बोलै स्वामी कुदरत कवन हमारी। साध संग नानक जस गायो जो प्रभ की अत प्यारी। जिता जियो पिंड सब तेरा तू अंतर जामी पुरख भगवान। दासन दास कह जन नानक जेहा तू कराए। तेहा हों करी वख्यान सुखो होटल गुर सेविया। अहनस सहज सुभाए दर्शन परसै गुरु कै। जन्म मरण दुख जाए होवै सिबतक सम्बंधी। नूर अरसों कुरसों चटिया तुद डिठे सच्चे पातशाह। मल जन्म जन्म दी कटिया। सतनाम श्री वाहिगुरु साहिब जीओ। टोडी महला नवा। एक ओंकार सतगुर प्रसाद। कहो कहाँ अपनी अदमाई। उर्ज्यो कनक कामनी के रस। नह कीरत प्रभ गाई रहा। जग झूठे को साच जान का तास्यों रुच उपजाई। दीन बंद सिमर्यो नहीं कभो होत जो संग सहाई। कहो कहाँ अपनी अदमाई। वाहिगुरु जी का खालसा वाहिगुरु जी की फतेह।
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪੜ੍ਹਨ ਵਾਸਤੇ, ਗੁਰਬਾਣੀ ਸਰਵਨ ਕਰਨ ਵਾਸਤੇ, ਜਿੱਥੇ ਸਾਨੂੰ ਇਹ ਮਨੁੱਖਾ ਜਨਮ ਦਾ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਉੱਥੇ ਅੰਮ੍ਰਿਤ ਵੇਲੇ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਇਸ ਵੇਲੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਆ ਕੇ ਇਕੱਤਰਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਨਾਵਾਂ। ਟੋਡੀ ਰਾਗ ਦਾ ਨਾਮ ਹੈ। ਟੋਡੀ ਰਾਗ ਦੇ ਵਿੱਚ ਇਹ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਪੁੰਨ ਆਈ ਦੀਪਕ ਕੀ ਬਾਰੀ, ਕਸੇਲੀ ਪਟ ਮੰਜਰੀ ਟੋਡੀ ਕਹੀ ਅਲਾਪ, ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ। ਇਹ ਜੋ ਟੋਡੀ ਹੈ, ਇਹਨੂੰ ਰਾਗ ਨਹੀਂ ਲਿਖਿਆ ਹੈ। ਰਾਗ ਦੀ ਇਸਤਰੀ, ਰਾਗ ਦੀ ਘਰਵਾਲੀ, ਰਾਗ ਦੀ ਸੁਪਤਨੀ ਲਿਖਿਆ ਟੋਡੀ ਨੂੰ। ਮਹਾਰਾਜ ਕਹਿਣ ਲੱਗੇ ਪੁੰਨ ਆਈ ਦੀਪਕ ਕੀ ਬਾਰੀ। ਇੱਕ ਦੀਪਕ ਨਾਮ ਦਾ ਰਾਗ ਹੈ, ਜਿਸ ਨੂੰ ਗਾਉਣ ਦੇ ਨਾਲ ਦੇਸੀ ਘੀ ਦੇ ਦੀਵੇ ਜਗ ਪੈਂਦੇ। ਐਸਾ ਵੱਡਾ ਉਹ ਮਹਾਨ ਰਾਗ ਹੈ। ਉਸ ਰਾਗ ਦੀ ਇਸ ਟੋਡੀ ਨੂੰ ਰਾਗ ਨਹੀਂ ਲਿਖਿਆ ਹੈ, ਇਸਤਰੀ ਲਿਖਿਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਔਰ ਵਿਦਵਾਨ ਜਨ ਕਥਨ ਕਰਦੇ ਨੇ, ਇਸ ਰਾਗਣੀ ਨੂੰ ਸਰਦ ਰੁੱਤ ਵਿੱਚ ਗਾਇਆ ਜਾ ਸਕਦਾ ਹੈ। ਸਰਦ ਰੁੱਤ ਦੇ ਵਿੱਚ ਜਦੋਂ ਇੱਕ ਪੈਰ ਦਿਨ ਚੜ੍ਹ ਜਾਵੇ, ਉਸ ਵੇਲੇ ਇਸ ਟੋਡੀ ਰਾਗਣੀ ਦਾ ਰਾਗ ਪੜ੍ਹਿਆ ਜਾ ਸਕਦਾ, ਇਹਨੂੰ ਗਾਇਆ ਜਾ ਸਕਦਾ ਹੈ। ਟੋਡੀ ਰਾਗਣੀ ਦਾ ਨਾਮ ਹੈ, ਰਾਗ ਦੀ ਇਸਤਰੀ ਦਾ, ਘਰਵਾਲੀ ਦਾ। ਔਰ ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ। ਕਿਹੜੇ ਸਰੂਪ ਵਿੱਚੋਂ ਬਾਣੀ ਆਈ ਹੈ। ਅੱਗੇ ਮਹਾਰਾਜ ਨੇ ਅੰਕ ਲਿਖਿਆ, 9 ਅੰਕ ਪਾਇਆ ਹੈ। ਨਾਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ। ਤੇਗ ਬਹਾਦਰ ਸਿਮਰਿਆ ਕਰਨੋਨ ਦੇ ਆਵੈ, ਐਸੇ ਜੋ ਸਤਿਗੁਰੂ ਹਨ। ਇਹ ਉਹਨਾਂ ਦੀ ਬਾਣੀ ਆ ਰਹੀ ਹੈ। ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ। ਕਿਹੜੇ ਸਰੂਪ ਚੋਂ ਬਾਣੀ ਆਈ ਹੈ। ਅੱਗੇ ਮਹਾਰਾਜ ਅੰਕ ਲਿਖ ਦਿੰਦੇ, ਪਹਿਲਾ ਅੰਕ ਪਾ ਦਿੰਦੇ, ਪੰਜਵਾਂ ਅੰਕ ਪਾ ਦਿੰਦੇ। ਜਿਹੜਾ ਅੰਕ ਪਾਇਆ ਹੈ, ਇਹ ਉਸ ਸਰੂਪ ਦੀ ਬਾਣੀ, ਉਸ ਗੁਰੂ ਸਾਹਿਬਾਨ ਦੀ ਬਾਣੀ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਤੇ ਬੈਠਣ ਵਾਲੇ 9ਵੇਂ ਗੁਰੂ ਜਿਹੜੇ ਨੇ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਤੋਂ ਬਾਅਦ ਵਿੱਚ ਉਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਹੋਏ। ਇਹ ਉਹਨਾਂ ਦਾ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ। ਇਸ ਟੋਡੀ ਰਾਗ ਦੇ ਵਿੱਚ ਜਾਂ ਰਾਗਨੀ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕੋ ਹੀ ਸ਼ਬਦ ਹੈ, ਜਿਹੜਾ ਆਪਾਂ ਨੂੰ ਅੱਜ ਪ੍ਰਾਪਤ ਹੋ ਰਿਹਾ। ਇਹਦੇ ਵਿੱਚ ਵਾਰ ਨਹੀਂ ਹੈ। ਜਿਵੇਂ ਕੁਝ ਰਾਗਾਂ ਦੇ ਵਿੱਚ ਅੱਗੇ ਜਾ ਕੇ ਵਾਰਾਂ ਸ਼ੁਰੂ ਹੋ ਜਾਂਦੀਆਂ, ਜਿਵੇਂ ਸੋਠ ਰਾਗ ਦੇ ਅੱਗੇ ਜਾ ਕੇ ਵਾਰ ਆ ਜਾਂਦੀ ਹੈ। ਇਸ ਰਾਗ ਦੇ ਵਿੱਚ ਵਾਰ ਨਹੀਂ ਹੈ। ਨਾਵੇਂ ਪਾਤਸ਼ਾਹ ਦੀ ਬਾਣੀ ਤੋਂ ਅੱਗੇ ਭਗਤਾਂ ਦੀ ਬਾਣੀ ਸ਼ੁਰੂ ਹੋ ਜਾਵੇਗੀ। ਭਗਤ ਨਾਮਦੇਵ ਦੇ ਸ਼ਬਦ ਆਪਾਂ ਸਰਵਣ ਕਰਾਂਗੇ। ਸੋ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੰਗਲਾਚਰਨ ਇੱਥੇ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ, ਓੰਕਾਰ ਪ੍ਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਜਿਹੜਾ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਇਆ ਹੈ, ਅੱਜ ਵੀ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ।
पर ਉਹਦੇ ਵਿੱਚ ਗੁਰਮੁਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨਹੀਂ ਹੈ। ਇਹ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਪਹੁੰਚੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਸਾਨੂੰ ਗੁਰਬਾਣੀ ਪੜ੍ਹਨ ਦੀ ਜਾਚ ਸਿਖਾਓ, ਸਿੱਖਿਆ ਦੇਵੋ। ਗੁਰਬਾਣੀ ਕਿਵੇਂ ਪੜ੍ਹਨੀ ਹੈ, ਲਗਾ ਮਾਤਰਾ ਕਿਵੇਂ ਲਾਉਣੀ ਹੈ, ਗੁਰਬਾਣੀ ਦੇ ਅਰਥ ਕਿਵੇਂ ਕਰਨੇ ਹਨ। ਇਹ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਾਓ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉੱਥੇ ਬਾਬਾ ਧੀਰਮਲ ਜੀ ਜਿਹੜੇ ਹਨ, ਉਹਨਾਂ ਦੇ ਕੋਲ ਵੱਡੇ ਸਤਿਗੁਰਾਂ ਦੀ ਬਾਣੀ ਦਾ ਗ੍ਰੰਥ ਹੈ, ਉਹ ਲੈ ਕੇ ਆਓ, ਉਹਦੇ ਤੋਂ ਆਪਾਂ ਗੁਰਬਾਣੀ ਲਿਖਵਾਉਂਦੇ ਹਾਂ। ਕਿਉਂਕਿ ਗੁਰਮੁਖੋ ਇਹ ਜਿਹੜਾ ਸਰੂਪ ਸੀ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ ਸੀ। ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲੋਂ ਧੀਰਮਲ ਨੇ ਕਬਜ਼ਾ ਕਰ ਲਿਆ ਸੀ ਸਰੂਪ ਦੇ ਉੱਪਰ। ਇਤਿਹਾਸ ਦੀ ਇੱਕ ਛੋਟੀ ਜੀ ਸਾਖੀ ਹੈ, ਜਦੋਂ ਮਹਾਰਾਜ ਜੀਆਂ ਨੇ ਕਰਤਾਰਪੁਰ ਦਾ ਚੌਥਾ ਜੰਗ ਲੜਿਆ, ਜੰਗ ਦੀ ਸਮਾਪਤੀ ਹੋਈ ਤੇ ਮਹਾਰਾਜ ਪਰਿਵਾਰ ਨੂੰ ਕਹਿਣ ਲੱਗੇ ਵੀ ਚਲੋ ਇੱਥੋਂ ਚੱਲੀਏ ਕੀਰਤਪੁਰ ਸਾਹਿਬ ਦੀ ਧਰਤੀ ਤੇ। ਬਾਬਾ ਗੁਰਦਿੱਤਾ ਜੀਆਂ ਨੇ ਉਸ ਵੇਲੇ ਸ਼ਹਿਰ ਵਸਾ ਦਿੱਤਾ ਸੀ। ਜਦੋਂ ਸਾਰਾ ਪਰਿਵਾਰ ਚੱਲਣ ਵਾਸਤੇ ਤਿਆਰ ਹੋ ਗਿਆ ਤੇ ਉਸ ਵੇਲੇ ਇਹ ਜਿਹੜਾ ਧੀਰਮਲ ਹੈ ਉਹਨੇ ਨਾ ਕਰ ਦਿੱਤੀ, ਕਹਿਣ ਲੱਗਾ ਮੈਂ ਨਾਲ ਨਹੀਂ ਜਾਵਾਂ। ਮੇਰੇ ਦਾਦਾ ਸਤਿਗੁਰੂ ਤੇ ਰੋਜ਼ ਕਿਸੇ ਨਾ ਕਿਸੇ ਨਾਲ ਜੰਗ ਸ਼ੁਰੂ ਕਰ ਛੱਡਦੇ, ਇਹ ਤੇ ਹੋਰ ਜਾ ਕੇ ਅੱਗੇ ਜੰਗ ਕਰਨਗੇ ਤੇ ਫਿਰ ਕਹਿਣਗੇ ਵੀ ਚਲੋ ਉੱਥੋਂ ਵੀ ਅੱਗੇ ਚੱਲੀਏ, ਮੈਂ ਨਹੀਂ ਜਾਣਾ, ਮੈਂ ਤੇ ਇੱਥੇ ਹੀ ਰਵਾਂਗਾ। ਆਪ ਕਰਤਾਰਪੁਰ ਵਿੱਚ ਰਹਿਣ ਦਾ ਮਨ ਬਣਾ ਲਿਆ, ਮੈਂ ਸਰਕਾਰ ਦੇ ਨਾਲ ਗੰਢ ਤੁੱਪ ਕਰ ਲਵਾਂਗਾ, ਉਹਨਾਂ ਕੋਲੋਂ ਮਾਫੀ ਮੰਗ ਲਵਾਂਗਾ, ਮੈਨੂੰ ਉਹ ਕੁਝ ਨਹੀਂ ਕਹਿਣਗੇ, ਮੈਂ ਇੱਥੋਂ ਜਾਣਾ ਨਹੀਂ ਹੈ। ਜਦੋਂ ਸਾਰਾ ਪਰਿਵਾਰ ਚੱਲਣ ਵਾਸਤੇ ਤਿਆਰ ਹੋ ਗਿਆ ਤੇ ਉਸ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਲਿਖਿਆ ਹੋਇਆ, ਉਹ ਇਸ ਧੀਰਮਲ ਨੇ ਛੁਪਾ ਲਿਆ, ਆਪਣੇ ਕੋਲ ਲੁਕੋ ਲਿਆ, ਅੰਦਰ ਕਿਸੇ ਕਮਰੇ ਦੇ ਰੱਖ ਕੇ ਜੰਦਰਾ ਲਾ ਦਿੱਤਾ। ਆਖਿਆ ਇਹ ਮੈਂ ਨਹੀਂ ਦੇਵਾਂਗਾ, ਇਹ ਮੇਰੇ ਕੋਲ ਹੀ ਰਹੇਗਾ। ਸਿੱਖਾਂ ਨੇ ਮਹਾਰਾਜ ਨੂੰ ਦੱਸਿਆ, ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਰੱਖਦਾ ਤੇ ਰੱਖ ਲਓ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਫਿਰ ਕਰਤਾਰਪੁਰ ਤੋਂ ਕੀਰਤਪੁਰ ਚਲੇ ਗਏ। ਇਹ ਸਰੂਪ ਧੀਰਮਲ ਦੇ ਕੋਲ ਹੀ ਰਿਹਾ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਇਹ ਧੀਰਮਲ ਗੁਰੂ ਬਣਨ ਵਾਸਤੇ ਫਿਰ ਉੱਥੇ ਪਹੁੰਚ ਗਿਆ, ਆਪਣੇ ਚੇਲੇ ਚਾਟੜੇ ਨਾਲ ਲੈ ਕੇ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕਰਦੇ ਵੀ 22 ਮੰਜੀਆਂ ਲਾ ਕੇ 22 ਗੁਰੂ ਬੈਠ ਗਏ ਸਨ, ਉਹਨਾਂ ਵਿੱਚੋਂ ਇੱਕ ਗੁਰੂ ਧੀਰਮਲ ਵੀ ਬਣ ਕੇ ਬੈਠਿਆ। ਔਰ ਸਭ ਤੋਂ ਵੱਡਾ ਦਾਵਾ ਇਹਦਾ ਸੀ ਗੁਰੂ ਬਣਨ ਦਾ। ਉਹਦੇ ਵਾਸਤੇ ਲੋਕਾਂ ਨੂੰ ਵਿਖਾਵਾ ਕਰਕੇ ਵਿਖਾਉਣਾ ਪਵੇਗਾ। ਇਹਨੇ ਗੁਰੂ ਗ੍ਰੰਥ ਸਾਹਿਬ ਦਾ ਵੱਖਰਾ ਪ੍ਰਕਾਸ਼ ਕਰਵਾਇਆ ਆਪਣੇ ਡੇਰੇ ਦੇ ਵਿੱਚ। ਮੈਂ ਸੰਗਤ ਨੂੰ ਦੱਸ ਸਕਾਂ ਵੀ ਵੇਖੋ ਮੈਂ ਹੀ ਗੁਰੂ ਹਾਂ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਹੁਣ ਸੰਗਤ ਨੂੰ ਵਿਖਾਉਣ ਵਾਸਤੇ ਪ੍ਰਕਾਸ਼ ਤੇ ਕਰ ਲਿਆ, ਪਰ ਇਹ ਸਾਖੀਆਂ ਬੜੀਆਂ ਲੰਮੀਆਂ। ਕਹਿਣ ਲੱਗੇ ਵੀ ਇੱਕ ਵਾਰੀ ਇਹਨਾਂ ਨੇ ਧੀਰਮਲ ਦੇ ਕੁਝ ਬੰਦਿਆਂ ਨੇ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਘਰ ਹੀ ਲੁੱਟ ਲਿਆ। ਮੱਖਣ ਸ਼ਾਹ ਲੁਬਾਣੇ ਨੂੰ ਪਤਾ ਲੱਗਾ ਵੀ ਮੇਰੇ ਗੁਰੂ ਦਾ ਘਰ ਲੁੱਟ ਕੇ ਲੈ ਗਏ। ਉਸ ਵੇਲੇ ਮੱਖਣ ਸ਼ਾਹ ਲੁਬਾਣਾ ਧੀਰਮਲ ਦਾ ਵੀ ਘਰ ਲੁੱਟ ਕੇ ਲੈ ਆਇਆ ਔਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਲੈ ਆਇਆ ਉਹਦੇ ਕੋਲ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਲੈ ਆਂਦਾ ਸਾਰਾ ਕੁਝ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਤਾ ਲੱਗਾ, ਮਹਾਰਾਜ ਕਹਿਣ ਲੱਗੇ ਸਭ ਕੁਝ ਧੀਰਮਲ ਦਾ ਵਾਪਸ ਕਰਕੇ ਆਓ, ਆਪਾਂ ਕੁਝ ਨਹੀਂ ਰੱਖਣਾ। ਜੇ ਆਪਾਂ ਵੀ ਧੀਰਮਲ ਵਾਲੇ ਕੰਮ ਕੀਤੇ ਤੇ ਆਪਣੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਹੋਵੇਗਾ। ਸਾਰਾ ਸਮਾਨ ਤੇ ਮੋੜ ਦਿੱਤਾ। ਮਾਤਾ ਨਾਨਕੀ ਜੀਆਂ ਦੇ ਨਾਲ ਸਲਾਹ ਕਰਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਆਪਣੇ ਕੋਲ ਵੀ ਇਹ ਨਾ ਮੋੜੀਏ, ਇਹ ਧੀਰਮਲ ਦਾ ਥੋੜੀ ਹੈ, ਇਹ ਤੇ ਸਤਿਗੁਰਾਂ ਦੇ ਪਿਤਾ ਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਇਮਾਨਤ ਹੈ ਤੇ ਪਿਤਾ ਦੀ ਇਮਾਨਤ ਪੁੱਤਰ ਕੋਲ ਹੀ ਹੋਇਆ ਕਰਦੀ ਹੈ। ਧੀਰਮਲ ਨੂੰ ਸਰੂਪ ਨਹੀਂ ਅਸੀਂ ਦੇਵਾਂਗੇ, ਰੱਖ ਲਿਆ ਆਪਣੇ ਕੋਲ। ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬਾਬਾ ਬਕਾਲਾ ਸਾਹਿਬ ਨੂੰ ਛੱਡ ਕੇ ਮਹਾਰਾਜ ਚੱਲਣ ਲੱਗੇ ਨੇ ਕੀਰਤਪੁਰ ਔਰ ਅਨੰਦਪੁਰ ਸਾਹਿਬ ਨੂੰ, ਤੇ ਮਹਾਰਾਜ ਪਰਿਵਾਰ ਲੈ ਕੇ ਚੱਲ ਪਏ। ਚਲਦਿਆਂ ਚਲਦਿਆਂ ਮਹਾਰਾਜ ਜੀ ਬਿਆਸ ਦਰਿਆ ਦੇ ਕਿਨਾਰੇ ਪਹੁੰਚੇ। ਹੁਣ ਬੇੜੀ ਦੇ ਨਾਲ ਦਰਿਆ ਪਾਰ ਕਰਨਾ। ਉੱਥੇ ਫਿਰ ਸਿੱਖ ਆਪਣੇ ਸੀਸ ਤੇ ਮਹਾਰਾਜ ਦਾ ਸਰੂਪ ਪੀੜੇ ਦੇ ਉੱਪਰ ਬਿਰਾਜਮਾਨ ਕਰਕੇ ਤੇ ਲਈ ਆਉਂਦੇ। ਮਹਾਰਾਜ ਨੇ ਪੁੱਛਿਆ ਇਹ ਕੀ ਹੈ? ਕਹਿਣ ਲੱਗੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ।
ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਇਹ ਗੱਲ ਕਹੀ ਸੀ ਵੀ ਇਹ ਸਰੂਪ ਧੀਰਮਲ ਨੂੰ ਦੇ ਕੇ ਆਓ, ਦੇ ਕੇ ਕਿਉਂ ਨਹੀਂ ਆਂਦਾ, ਸਾਡਾ ਬਚਨ ਕਿਉਂ ਨਹੀਂ ਮੰਨਿਆ। ਸਿੱਖਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮਾਤਾ ਨਾਨਕੀ ਔਰ ਸਾਰਿਆਂ ਸਿੱਖਾਂ ਦਾ ਵਿਚਾਰ ਇਹ ਸੀ ਵੀ ਇਹ ਵੱਡੇ ਸਤਿਗੁਰਾਂ ਦੀ ਬਾਣੀ ਹੈ, ਗੁਰਾਂ ਦੀ ਬਾਣੀ ਗੁਰਾਂ ਕੋਲ ਹੀ ਰਹਿਣੀ ਚਾਹੀਦੀ ਹੈ, ਧੀਰਮਲ ਨੂੰ ਕਿਉਂ ਦਈਏ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਤੇ ਚੋਰੀ ਦਾ ਸਮਾਨ ਅਸੀਂ ਆਪਣੇ ਕੋਲ ਨਹੀਂ ਰੱਖਾਂ, ਇਹ ਧੀਰਮਲ ਨੂੰ ਹੀ ਦੇਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਸਰੂਪ ਨੂੰ ਬਿਆਸ ਦਰਿਆ ਦੇ ਵਿੱਚ ਰਖਵਾ ਦਿਓ, ਬਿਆਸ ਦਰਿਆ ਦੇ ਪਾਣੀ ਦੇ ਵਿੱਚ, ਕਿਉਂਕਿ ਮਹਾਰਾਜ ਆਉਣ ਵਾਲਾ ਸਮਾਂ ਜਾਣਦੇ ਸਨ। ਜੇ ਸਰੂਪ ਅਨੰਦਪੁਰ ਸਾਹਿਬ ਚਲੇ ਜਾਂਦਾ ਗੁਰਮੁਖੋ, ਜਿਵੇਂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਰਾਤ ਨੂੰ ਸਰਸਾ ਨਦੀ ਮਹਾਰਾਜ ਲੰਘੇ, ਉੱਥੇ ਕਈ ਗ੍ਰੰਥ ਜਿਹੜੇ ਮਹਾਰਾਜ ਨੇ ਰਚੇ ਰੁੜ ਗਏ ਸਨ ਪਾਣੀ ਦੇ ਵਿੱਚ। ਸਤਿਗੁਰੂ ਜਾਣਦੇ ਆਉਣ ਵਾਲਾ ਸਮਾਂ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਰੂਪ ਨੂੰ ਬਿਆਸ ਦਰਿਆ ਦੇ ਪਾਣੀ ਵਿੱਚ ਹੀ ਰੱਖ ਦਿਓ। ਇੱਕ ਸਿੱਖ ਦੇ ਰਾਹੀਂ ਸੁਨੇਹਾ ਭੇਜ ਦਿੱਤਾ ਧੀਰਮਲ ਨੂੰ ਵੀ ਧੀਰਮਲ ਅਸੀਂ ਤੇਰਾ ਸਰੂਪ ਬਿਆਸ ਦਰਿਆ ਵਿੱਚ ਰੱਖ ਚੱਲੇ ਆ, ਤੂੰ ਆਪਣਾ ਸਰੂਪ ਇੱਥੋਂ ਲੈ ਕੇ ਚਲਾ ਜਾ, ਸਰੂਪ ਆ ਕੇ ਲੈ ਜਾ। ਤੇ ਗੁਰਮੁਖੋ ਧੀਰਮਲ ਆਪਣੇ ਬੰਦਿਆਂ ਨੂੰ ਲੈ ਕੇ ਬਿਆਸ ਦਰਿਆ ਦੇ ਕੰਢੇ ਪਹੁੰਚਿਆ। ਬੜੇ ਬੜੇ ਗੋਤਾਖੋਰ ਲਿਆਂਦੇ ਗਏ, ਪਾਣੀ ਵਿੱਚ ਡੁੱਬੀਆਂ ਲਾਉਣ ਪਰ ਸਰੂਪ ਨਹੀਂ ਮਿਲਿਆ, ਨਾ ਪੀੜਾ ਮਿਲਿਆ ਨਾ ਸਰੂਪ ਮਿਲਿਆ। ਫਿਰ ਧੀਰਮਲ ਨੇ ਅਰਦਾਸ ਕੀਤੀ, ਧੀਰਮਲ ਨੇ ਅਰਦਾਸ ਕੀਤੀ ਬਿਆਸ ਦਰਿਆ ਦੇ ਕੰਢੇ ਖਲੋ ਕੇ ਗੁਰੂ ਸਾਹਿਬਾਂ ਦਾ ਨਾਮ ਲੈਂਦਾ ਹੈ। ਗੁਰੂ ਹਰਕ੍ਰਿਸ਼ਨ ਬਾਅਦ ਚੋਂ ਨਾਂ ਨਹੀਂ ਕਿਸੇ ਦਾ ਲੈਂਦਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੱਕ ਹੀ ਅਰਦਾਸ ਕਰਦਾ ਨਾਮ ਲੈ ਕੇ ਕਿ ਮੈਨੂੰ ਸਰੂਪ ਲੱਭ ਜਾਵੇ, ਮਿਲ ਜਾਵੇ। ਨਹੀਂ ਮਿਲਿਆ, 2 ਦਿਨ ਲੱਗਾ ਰਿਹਾ, ਗੋਤੇ ਖੋਰ ਗੋਤਾ ਲਾਉਂਦੇ ਰਹੇ, ਟੁੱਬੀਆਂ ਲਾਉਂਦੇ ਰਹੇ, ਲੱਭਦੇ ਰਹੇ। ਜਦੋਂ 2 ਦਿਨਾਂ ਬਾਅਦ ਨਹੀਂ ਨਾ ਪ੍ਰਾਪਤ ਹੋਇਆ, ਫਿਰ ਕਿਸੇ ਸਿਆਣੇ ਸਿੱਖ ਨੇ ਆਖਿਆ ਵੀ ਧੀਰਮਲ ਹੈਂਕੜ ਛੱਡ ਦੇ, ਮਾਨ ਛੱਡ, ਜੇ ਅਰਦਾਸ ਕਰਨੀ ਹੈ ਤੇ 9ਵਾਂ ਗੁਰੂਆਂ ਤੱਕ ਕਰ, 9ਵੇਂ ਗੁਰੂ ਦਾ ਨਾਮ ਲੈ, ਤਾਂ ਤੂੰ ਆਪਣੇ ਮਕਸਦ ਵਿੱਚ ਕਾਮਯਾਬ ਹੋਵੇਂਗਾ। ਗੁਰਮੁਖੋ ਇਤਿਹਾਸ ਇਹ ਗੱਲ ਕਹਿੰਦਾ ਵੀ ਧੀਰਮਲ ਨੇ ਫਿਰ ਬਿਆਸ ਦਰਿਆ ਦੇ ਕੰਢੇ ਖਲੋ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਤੱਕ ਸਾਰੇ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕੀਤੀ। ਮੰਨਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨੇ ਜਦੋਂ ਇਹ ਅਰਦਾਸ ਕਰਕੇ ਸਿੱਖ ਨੂੰ ਪਾਣੀ ਵਿੱਚ ਵਾੜਿਆ ਤੇ ਪਹਿਲਾ ਹੀ ਹੱਥ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਜਾ ਕੇ ਪੈ ਗਿਆ। ਇਹ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਵਡਿਆਈ, ਪਹਿਲਾ ਹੀ ਹੱਥ ਪੀੜੇ ਨੂੰ ਪੈ ਗਿਆ ਤੇ ਪੀੜਾ ਜਦੋਂ ਪਾਣੀ ਵਿੱਚੋਂ ਬਾਹਰ ਕੱਢਿਆ ਤੇ ਉਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਹੈ। ਛੇਤੀ ਨਾਲ ਚੇਲਿਆਂ ਨੂੰ ਆਖਦਾ ਇਹਦੇ ਰੁਮਾਲੇ ਉਤਾਰੇ ਜਾਣ, ਦੇਖੋ ਕਿਤੇ ਸਰੂਪ ਦੇ ਅੰਗ ਪਾਣੀ ਵਿੱਚ ਤੇ ਨਹੀਂ ਭਿੱਜ ਗਏ, ਕੁਝ ਅੰਗ ਖਰਾਬ ਤੇ ਨਹੀਂ ਹੋ ਗਏ। ਛੇਤੀ ਦੇ ਨਾਲ ਜਦੋਂ ਰੁਮਾਲੇ ਕੱਪੜੇ ਉਤਾਰੇ ਗਏ ਤੇ ਗੁਰਮੁਖੋ ਬਿਆਸ ਦਰਿਆ ਦਾ ਜਿਹੜਾ ਜਲ ਹੈ ਨਾ, ਉਹ ਰੁਮਾਲੇ ਕੱਪੜਿਆਂ ਨੂੰ ਛੂਹ ਸਕਿਆ, ਮਹਾਰਾਜ ਦੀ ਗੁਰਬਾਣੀ ਦੇ ਅੰਗਾਂ ਨੂੰ ਜਲ ਨਹੀਂ ਛੂਹ ਸਕਿਆ। ਬਿਲਕੁਲ ਅੰਗ ਉਸੇ ਤਰ੍ਹਾਂ ਨਵੇਂ ਨਿਰਵੇ ਬਿਨਾਂ ਪਾਣੀ ਤੋਂ ਭਿੱਜਿਆ। ਸਤਿਗੁਰਾਂ ਦੀ ਮਹਿਮਾ ਜਾਣ ਗਿਆ ਔਰ ਸਰੂਪ ਲੈ ਕੇ ਕਰਤਾਰਪੁਰ ਚਲੇ ਗਿਆ, ਆਪਣੇ ਕੋਲ ਫਿਰ ਜਾ ਕੇ ਰੱਖ ਲਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਪਹੁੰਚੇ ਤੇ ਸਿੱਖਾਂ ਨੇ ਆਖਿਆ ਮਹਾਰਾਜ ਬਾਣੀ ਆਪ ਜੀ ਪੜ੍ਹਾਓ, ਸਾਨੂੰ ਅਰਥ ਦੱਸੋ। ਫਿਰ ਮਹਾਰਾਜ ਨੇ ਤਾਂ ਸਿੱਖ ਭੇਜੇ ਸੀ ਵੀ ਜਾਓ ਕਰਤਾਰਪੁਰ, ਉੱਥੇ ਸਰੂਪ ਹੈ ਵੱਡਿਆਂ ਦਾ, ਸਾਡੇ ਪਿਤਾ ਨੇ ਦਿੱਤਾ ਹੈ ਧੀਰਮਲ ਨੂੰ ਬਿਆਸ ਦਰਿਆ ਦੇ ਵਿੱਚੋਂ। ਉਹਨਾਂ ਨੂੰ ਕਹੋ ਵੀ ਸਾਨੂੰ ਕੁਝ ਦਿਨਾਂ ਵਾਸਤੇ ਦੇ ਦਿਓ, ਅਸੀਂ ਬਾਣੀ ਲਿਖਾਂਗੇ, ਸਰੂਪ ਵਾਪਸ ਕਰ ਦਿਆਂਗੇ। ਸਿੱਖ ਆ ਗਏ ਧੀਰਮਲ ਦੇ ਕੋਲ, ਆ ਕੇ ਬੇਨਤੀ ਕੀਤੀ। ਧੀਰਮਲ ਨੇ ਮਨ ਵਿੱਚ ਕਪਟ ਹੈ ਵੀ ਜੇ ਮੈਂ ਇੱਕ ਵਾਰੀ ਗੁਰੂ ਨੂੰ ਦੇ ਦਿੱਤਾ, ਗੁਰੂ ਸ਼ਸਤਰ ਧਾਰੀ ਹੈ, ਗੁਰੂ ਦੇ ਕੋਲ ਫੌਜਾਂ ਨੇ, ਜੇ ਗੁਰੂ ਮੇਰਾ ਸਰੂਪ ਨਾ ਮੋੜੇਗਾ ਮੈਂ ਗੁਰੂ ਦਾ ਕੀ ਕਰ ਲਵਾਂਗਾ। ਵਿਸ਼ਵਾਸ ਨਹੀਂ ਕੀਤਾ, ਆਖਿਆ ਮੈਂ ਸਰੂਪ ਨਹੀਂ ਦੇਵਾਂਗਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਕਿਆ ਹੀ ਗੁਰੂ ਨੇ, ਗੁਰੂ ਨਾਨਕ ਦਾ ਰੂਪ ਹਨ, ਫਿਰ ਸਰੂਪ ਦੀ ਕੀ ਲੋੜ ਹੈ, ਆਪਣੇ ਕੋਲੋਂ ਹੀ ਬਾਣੀ ਲਿਖ ਲੈਣ। ਜੋਤ 오ਹਾ ਜੁਗਤ ਸਾਏ ਸਹਕਾਇਆ ਫੇਰ ਪਲਟੀ ਹੈ। ਸਿੱਖਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੱਸਿਆ।
महाराज कहन लगे कोई गल नहीं। उस वेले भाई मनी सिंह साहब जी बाबा दीप सिंह वर्गे गुरमुखां नूं सेवा विच ला के स्याही तैयार करवाई, कागे तैयार करवाए, कलमां तैयार करवाइयां ते सतगुरु पातशाह जी गुरुद्वारा लिखणसर साहब बनिया दमदमा साहब की धरती ते। इत्थे सोहना तंबू लगवा के महाराज ने फिर सरूप लिखवाया। सारे सतगुरां दी बाणी अपने कंठों उचारी महाराज ने, जुबानी बाणी उचारण करके गुरु पातशाह की बाणी लिखवाई। फिर उहदे विच गुरु तेग बहादुर महाराज की बाणी लिखी गई। ये जिहड़ा शब्द आपां सरवण कर रहे हैं गुरु तेग बहादुर पातशाह का शब्द है और गुरु ग्रंथ साहिब दे विच गुरु गोबिंद सिंह पातशाह ने लिखवाया। इस तरह दमदमा साहब की धरती ते स्वरूप लिखिया गया। गुरबाणी के अर्थ महाराज ने दसे। सतगुरां ने उस पवित्र धरती नूं वर दिता। कहन लगे इस लिखणसर साहब वाले स्थान ते जिहड़ा भी गुरमुख आके ऊड़ा ऐड़ा लिखेगा उन्हों गुरमुखी की दात प्राप्त होवेगी, उन्हों विद्या की दात प्राप्त होवेगी, उन्हों गुरु के ज्ञान की दात प्राप्त होवेगी, वो महागियानी बनेगा। ये महाराज ने उत्थे वर बख्शिश किया। अज भी संगतां जांदियां गुरुद्वारा लिखणसर साहिब विखे गुरमुखी का वो अखर जिहड़े लिख के संगतां आउंदियां। सो गुरमुखो ये बचन आपां तां सरवण कीता है जिहड़ा स्वरूप गुरु अर्जन साहब पातशाह ने लिखिया है उहदे विच गुरु तेग बहादुर पातशाह की बाणी नहीं है। ये स्वरूप गुरु गोबिंद सिंह पातशाह ने लगवाया सी दमदमा साहब की धरती ते। जिथे बाकी गुरु साहबान की बाणी लिखी उत्थे अपने पिता गुरु तेग बहादुर पातशाह की भी बाणी लिखी है। ये शब्द आपां सरवण करन जा रहे हाँ। मंगला चरण महाराज बख्शिश कर दे। एक ओंकार सतगुर प्रसाद। परमात्मा एक है, उस एक दी प्राप्ति जिहड़ी है गुरु कृपा नाल हुंदी है। गुरु कृपा करे तां वो परमात्मा प्राप्त हुंदा है। सतगुरु जी बेनती करन दी जाच दसदे। जदों असीं किसी नूं मिलदे हां ना अपने गुणां दा असीं वर्णन करदे हां। मैं ये काम कीता, मैं ये काम कीता। जिन्ने असीं परोपकार दे जां वडियाई दे चंगे काम कीते वो असीं गिण के दसदे हां। पर जिन्ने असीं पाप करदे हां कदी वो नहीं दसिया भी आ पाप भी मैं करके आया। दुनिया नूं चंगे काम दसे जांदे, गिनाए जांदे, पर अपना माड़ा काम कोई नहीं गिनाउंदा। लोकी पर्दा पाउंदे ते साडा सुभाअ ही बन जांदा। दुनिया नूं दसदियां फिर गुरु कोल भी आके वो गल ही कहिंदे भी महाराज मैं इन्ने पुण्य कीते, इन्ने दान कीते, इन्ने पाठ कीते, इन्नियां यात्रा कीतियां, इन्ने परोपकार कीते। इत्थे आके भी अपने गुण ही दसदे हां। इत्थे भी आके अवगुण नहीं दसे भी मैं ये अवगुण भी महाराज ही करदा। गुरु तेग बहादुर पातशाह कहन लगे नहीं। गुरु दे अगे आके ये गल कह कहो कहां अपनी अदमाई। ऐ सतगुरु पातशाह मैं अपनी नीचताई किथों को तक कवां। मैं किड्डा को वड्डा नीच आ मैं दस ही नहीं सकदा। अदमाई तो भाव हुंदा नीचताई, नीवें काम करने, माड़े कुकर्म करने, खोटे काम करने। सतगुरु दुनिया दे अगे ते मैं अपनी सिफत सलाह दे सोले गाउंदा भी मैं ये परोपकारी हाँ, मैं ये परोपकारी हाँ। पर असल दे विच मेरे विच जिन्नियां नीचताइयां ने, जिन्ना मेरे विच नीवा पुना है मैं कित्थों को तक गिण के दस सकां। अपने अवगुणां नूं मैं खुद भी गिण के दस नहीं सकदा। इन्ने अवगुण मैं कीते होए। हम अवगुण भरे एक गुण नाही। अवगुणां दे भरे होए हैं, गुण चंगा कोई नहीं। भगत कबीर साहब जियां ने बख्शिश की है। कवन काज सिरजे जग भीतर, कवन जन्म फल पाया। गोबिंद हम ऐसे अपराधी। भगतां ने भी मन्निया भी असी अपराध कीते, असी गुनाह कीते, असी नीचताई कीती है। कवन काज सिरजे जग भीतर, असी किस काम वास्ते दुनिया ते पैदा होए। जन्म कवन फल पाया, ते जम के असी की प्राप्त किया। आए कादे वास्ते ते कीता की है। आए किसी होर काम वास्ते हाँ पर कीता कुछ होर है।
ਆਏ ਕਾਦੇ ਵਾਸਤੇ ਸੀ? ਆਏ ਹਾਂ ਆਇਓ ਸੁਣਨ ਪੜਨ ਕੋ ਬਾਣੀ। ਆਏ ਹਾਂ ਇਸ ਕੰਮ ਵਾਸਤੇ, ਤੇ ਕੀਤਾ ਕੀ? ਕੀਤਾ ਇਹ ਅਵਰ ਕਾਜ, ਹੋਰ ਕੰਮ ਕਰ ਲੈ, ਤੇਰੇ ਕਿਤੇ ਨਾ ਕਾਮ, ਇਹ ਕੰਮ ਨਹੀਂ ਆਉਣਾ। ਕਵਨ ਕਾਜ ਸਿਰਜੇ ਜਗ ਭੀਤਰ, ਕਿਸ ਕੰਮ ਵਾਸਤੇ ਦੁਨੀਆ ਵਿੱਚ ਪੈਦਾ ਹੋਏ? ਜਨਮ ਕਵਨ ਫਲ ਪਾਇਆ, ਤੇ ਜੰਮ ਕੇ ਕੀ ਫਲ ਪ੍ਰਾਪਤ ਕੀਤਾ ਹੈ? ਭਵ ਨਿਧ ਤਰਨ ਤਾਰਨ ਹਰ ਨਿਧ, ਭਵ ਨਿਧ ਤਰਨ ਤਾਰਨ ਚਿੰਤਾ ਮਨ। ਐ ਸੰਸਾਰ ਤੋਂ ਤਾਰਨ ਵਾਲੇ ਪ੍ਰਮਾਤਮਾ, ਮਨ ਦੀ ਚਿੰਤਾ ਨੂੰ ਦੂਰ ਕਰਨ ਵਾਲੇ, ਇੱਕ ਨਿਮਖ ਨਾ ਇਹੋ ਮਨ ਲਾਇਆ। ਮੈਂ ਤੇਰੇ ਵਿੱਚ ਆਪਣਾ ਮਨ ਇੱਕ ਨਿਮਖ ਜਿੰਨਾ ਸਮਾਂ ਵੀ ਨਹੀਂ ਲਾਇਆ। ਨਿਮਖ ਦਾ ਸਮਾਂ ਕਿੰਨਾ ਕੁ ਹੁੰਦਾ? ਅੱਖ ਨੂੰ ਖੋਲਣਾ ਤੇ ਬੰਦ ਕਰਨਾ। ਅੱਖ ਨੂੰ ਝਪਕਣ ਜਿੰਨਾ ਮਨ ਵੀ ਮੇਰਾ ਤੇਰੇ ਵਿੱਚ ਲੱਗਾ ਨਹੀਂ। ਮੈਂ ਆਇਆ ਤੇ ਸੀ ਤੇਰੇ ਵਿੱਚ ਮਨ ਲਾਉਣ ਵਾਸਤੇ, ਪਰ ਉਹ ਕੰਮ ਤੇ ਕੀਤਾ ਹੀ ਨਹੀਂ ਜਿਹਦੇ ਵਾਸਤੇ ਪੈਦਾ ਹੋਇਆ, ਉਹ ਨਹੀਂ ਕੀਤਾ। ਹੋਰ ਕੰਮ ਕਰਦਾ ਰਿਹਾ, ਇੰਨੇ ਹੋਰ ਕੰਮ ਕੀਤੇ ਵੀ ਮੇਰੇ ਕੋਲ ਇੱਕ ਨਿਮਖ ਜਿੰਨਾ ਸਮਾਂ ਨਹੀਂ ਮਿਲਿਆ ਮੈਨੂੰ ਕਿ ਮੈਂ ਤੇਰਾ ਨਾਮ ਜਪ ਲਵਾਂ, ਤੇਰੇ ਵਿੱਚ ਮਨ ਜੋੜ ਲਵਾਂ। ਗੋਬਿੰਦ ਹਮ ਐਸੇ ਅਪਰਾਧੀ, ਮਹਾਰਾਜ ਕਹਿਣ ਲੱਗੇ ਆ ਪ੍ਰਮਾਤਮਾ, ਅਸੀਂ ਇਹੋ ਜਿਹੇ ਨੀਚ ਹਾਂ, ਇਹੋ ਜਿਹੇ ਅਪਰਾਧੀ ਹਾਂ। ਜਿਨ ਪ੍ਰਭ ਜਿਉ ਪਿੰਡ ਥਾ ਦੀਆ, ਜਿਸ ਪ੍ਰਮਾਤਮਾ ਨੇ ਪਿੰਡ ਕਹੀਏ ਸਰੀਰ ਦਿੱਤਾ, ਜਿਸ ਪ੍ਰਮਾਤਮਾ ਨੇ ਇਸ ਸਰੀਰ ਦੇ ਵਿੱਚ ਜਿਉ ਕਹੀਏ ਜਾਨ ਦਿੱਤੀ ਹੈ, ਸਰੀਰ ਵੀ ਦਿੱਤਾ, ਜਾਨ ਵੀ ਪਾਈ। ਤਿਸ ਕੀ ਭਾਉ ਭਗਤ ਨਹੀਂ ਸਾਧੀ, ਉਸ ਦੀ ਕਦੇ ਪ੍ਰੇਮਾ ਭਗਤੀ ਕੀਤੀ ਨਹੀਂ। ਸਰੀਰ ਅਸੀਂ ਮੁੱਲ ਨਹੀਂ ਲੈ ਕੇ ਆਏ। ਮੁੱਲ ਸਰੀਰ ਮਿਲਦਾ ਹੋਵੇ ਤੇ ਲੋਕ ਸਰੀਰ ਨੂੰ ਛੁੱਟਣ ਹੀ ਨਾ ਦੇਣ, ਸਰੀਰ ਨਵੇਂ ਤੋਂ ਨਵਾਂ ਪ੍ਰਾਪਤ ਕਰਦੇ ਰਹੀਏ, ਪਰ ਇਹ ਸਰੀਰ ਮੁੱਲ ਨਹੀਂ ਮਿਲਦਾ। ਇਹ ਸਰੀਰ ਦੇ ਵਿੱਚ ਜਿਹੜੀ ਆਤਮਾ ਕੰਮ ਕਰਦੀ ਹੈ, ਚੇਤਨ ਸਤਾ, ਉਹ ਵੀ ਮੁੱਲ ਨਹੀਂ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਜਿਨ ਪ੍ਰਭ ਜੀਓ, ਇਸ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਇਹ ਸਰੀਰ, ਤੇ ਸਰੀਰ ਦੇ ਵਿੱਚ ਆਤਮਾ। ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਗੋਬਿੰਦ ਹਮ ਐਸੇ ਅਪਰਾਧੀ, ਮੈਂ ਇਸ ਤਰ੍ਹਾਂ ਦਾ ਗੁਨੇਗਾਰ ਹਾਂ ਜਿਹਨੇ ਸਰੀਰ ਦਿੱਤਾ, ਜਿਹਨੇ ਆਤਮਾ ਦਿੱਤੀ ਹੈ, ਜਿਹਨੇ ਦੁਨੀਆ ਵਿੱਚ ਭੇਜਿਆ। ਇੱਕ ਨਿਮਖ ਨਾ ਇਹੋ ਮਨ ਲਾਇਆ, ਮੈਂ ਇੱਕ ਨਿਮਖ ਜਿੰਨਾ ਸਮਾਂ ਵੀ ਉਹਦੇ ਵਿੱਚ ਜੁੜ ਨਹੀਂ ਸਕਿਆ। ਇਹ ਮੇਰੀ ਗਲਤੀ ਹੈ, ਇਹ ਮੇਰਾ ਅਪਰਾਧ ਹੈ, ਇਹ ਮੇਰੀ ਨੀਚਤਾਈ ਹੈ। ਕੀ ਕੀਤਾ ਦੁਨੀਆ ਵਿੱਚ ਆ ਕੇ? ਪਰ ਧਨ ਪਰ ਤਨ ਪਰ ਤੀ ਨਿੰਦਾ। ਦੁਨੀਆ ਵਿੱਚ ਆ ਕੇ ਇਹ ਵੇਖਿਆ ਵੀ ਪਰਾਏ ਕੋਲ ਧਨ ਕਿੰਨਾ ਕੁ ਹੈ, ਮੇਰੇ ਗੁਆਂਢੀ ਦੇ ਕੋਲ ਕਿੰਨਾ ਕੁ ਧਨ ਹੈ, ਉਹਦੇ ਕਿਆਫੇ ਲਾਉਂਦਾ ਰਹਿੰਦਾ। ਦਿਹਾੜੀ ਦੇ ਇੰਨੇ ਕਮਾਉਂਦਾ, ਮਹੀਨੇ ਦੇ ਇੰਨਾ ਕਮਾਉਂਦਾ ਹੋਵੇਗਾ, ਸਾਲ ਦੇ ਇੰਨੇ ਪੈਕੇਜ ਮਿਲਦੇ ਹੋਣਗੇ, ਇਹਦੇ ਕੋਲ ਇੰਨੀ ਜ਼ਮੀਨ ਹੈ, ਇਹਦੇ ਕੋਲ ਇੰਨਾ ਠੇਕਾ ਆਉਂਦਾ, ਇਹਦੇ ਬੱਚੇ ਇੰਨੇ ਵਿਦੇਸ਼ ਗਏ ਨੇ, ਉਹ ਇੰਨਾ ਕਮਾਉਂਦੇ ਹੋਣਗੇ। ਪਰ ਧਨ ਪਰਾਏ ਦੇ ਧਨ ਵੱਲ ਹਮੇਸ਼ਾ ਨਿਗਾਹ ਰੱਖਦਾ ਵੀ ਇਹਦੀਆਂ ਗੱਡੀਆਂ ਕਿੰਨੀਆਂ ਚੱਲਦੀਆਂ, ਇਹਦੇ ਦਫ਼ਤਰ ਕਿੰਨੇ ਚੱਲਦੇ, ਇਹਦੇ ਕੋਲ ਖੇਤੀ ਕਿੰਨੀ ਹੈ, ਇਹਦੇ ਬਾਹਰ ਕਿੰਨੇ ਗਏ ਨੇ, ਬਿਜ਼ਨਸ ਕਿੰਨਾ, ਵਪਾਰ ਕਿੰਨਾ। ਮਹਾਰਾਜ ਮੈਂ ਦੁਨੀਆ ਤੇ ਆ ਕੇ ਜਪਣਾ ਤੇ ਤੇਰਾ ਨਾਮ ਸੀ, ਪਰ ਦੁਨੀਆ ਤੇ ਆ ਕੇ ਮੈਂ ਤੇ ਪਹਿਰੇਦਾਰ ਬਣ ਗਿਆ। ਗੁਆਂਢੀ ਵੱਲ ਵੇਖਦਾ ਰਿਹਾ, ਰਿਸ਼ਤੇਦਾਰ ਵੱਲ ਵੇਖਦਾ ਰਿਹਾ ਵੀ ਇਹਦੇ ਕੋਲ ਧਨ ਕਿੰਨਾ ਕੁ ਹੈ। ਪਰਾਏ ਧਨ ਵੱਲ ਹਮੇਸ਼ਾ ਨਿਗਾਹ ਰੱਖੀ, ਤੇ ਫਿਰ ਉਸ ਧਨ ਨੂੰ ਲੁੱਟਣ ਦਾ ਵੀ ਯਤਨ ਕੀਤਾ ਵੀ ਕਿਸੇ ਨਾ ਕਿਸੇ ਬਹਾਨੇ ਲੁੱਟ ਲਈਏ। ਮਹਾਰਾਜ ਇਹ ਕੰਮ ਕੀਤਾ। ਪਰ ਧਨ, ਦੂਜਾ ਬਚਨ ਮਹਾਰਾਜ ਕਹਿਣ ਲੱਗੇ ਪਰ ਤਨ, ਤਨ ਨਾਮ ਸਰੀਰ, ਫਿਰ ਪਰਾਏ ਸਰੀਰਾਂ ਨੂੰ ਭੋਗਣ ਵਾਸਤੇ ਬਹੁਤੀ ਮਾਇਆ ਕੋਲ ਆ ਗਈ, ਬਹੁਤਾ ਧਨ ਕੋਲ ਆ ਗਿਆ। ਨਵੇਂ ਨਵੇਂ ਘਰ ਖਰੀਦਦਾ, ਬੈਠਕਾਂ ਖਰੀਦਦਾ, ਬੈਠਣ ਵਾਲੇ ਸਥਾਨ ਖਰੀਦਦਾ, ਫਿਰ ਨਵੇਂ ਨਵੇਂ ਸਰੀਰਾਂ ਨੂੰ ਖਰੀਦਦਾ ਹੈ ਮਾਇਆ ਦੇ ਬਲ ਦੇ ਨਾਲ, ਫਿਰ ਉਹਨਾਂ ਸਰੀਰਾਂ ਦੇ ਭੋਗ ਕਰਦਾ ਹੈ। ਮਹਾਰਾਜ ਕਹਿਣ ਲੱਗੇ ਦੁਨੀਆ ਵਿੱਚ ਆ ਕੇ ਜਾਂ ਪਰਾਇਆ ਧਨ ਵੇਖਿਆ, ਜਾਂ ਪਰਾਇਆ ਤਨ ਵੇਖਿਆ, ਜਾਂ ਉਹਨਾਂ ਸਰੀਰਾਂ ਨੂੰ ਭੋਗਣ ਦਾ ਸਮਾਂ ਵੇਖਿਆ, ਬਸ ਆਹ ਕੁਝ ਆ ਕੇ ਕੀਤਾ ਹੈ। ਪਰ ਤੀ ਨਿੰਦਾ, ਜਾਂ ਫਿਰ ਪਰਾਏ ਦੀ ਨਿੰਦਿਆ, ਫਲਾਣਾ ਬੰਦਾ ਬੜਾ ਮਾੜਾ ਹੈ, ਦੂਜਿਆਂ ਦੀ ਨਿੰਦਿਆ ਕਰਦਾ ਰਿਹਾ। ਗੋਬਿੰਦ ਹਮ ਐਸੇ ਅਪਰਾਧੀ, ਮੈਂ ਇਹੋ ਜਿਹਾ ਗੁਨੇਗਾਰ ਹਾਂ। ਪਰਮਾਤਮਾ ਤੂੰ ਭੇਜਿਆ ਤੇ ਮੈਨੂੰ ਹੋਰ ਕੰਮ ਵਾਸਤੇ ਸੀ। ਕਵਨ ਕਾਜ ਸਿਰਜੇ ਜਗ ਭੀਤਰ, ਆਇਆ ਤੇ ਮੈਂ ਤੇਰਾ ਨਾਮ ਜਪਣ ਵਾਸਤੇ, ਪਰ ਜੰਮ ਕੇ ਮੈਂ ਨਾਮ ਕੋਈ ਨਹੀਂ ਜਪਿਆ। ਜੰਮ ਕੇ ਜੇ ਮੈਂ ਕੀਤਾ ਹੈ ਤੇ ਮੈਂ ਇਹ ਕੀਤਾ ਵੀ ਦੂਜੇ ਦੇ ਕੋਲ ਮਾਇਆ ਕਿੰਨੀ ਹੈ,
मैं शरीर किन्नियां नूं भोग सकदा है, मैं निंदिया किन्नियां दी कर सकदा, मैं दुनिया विच इह कुछ आके कीता। पर धन पर तन परती निंदा, पर अपवाद ना छूटै। दूजियां नाल झगड़ा करना, अपवाद तो भाव हुंदा झगड़ा करना। कदे ਇਹਦੇ ਨਾਲ ਝਗੜਾ कर लिया, कदे ਉਹਦੇ ਨਾਲ कर लिया, कदे ਗੁਆਂਢੀ ਨਾਲ लड़ पिया, कदे रिश्तेदार ਨਾਲ लड़ पिया, कदे धरना ला लिया, कदे मोर्चा ला लिया, कदे परिवार ਨਾਲ लड़दा पिया, इस्त्री ਨਾਲ लड़दा पिया, भरावां ਨਾਲ लड़दा पिया। मेरा ते झगड़ा हर वेले दुनिया ਨਾਲ ਬਣਿਆ ही रहा। एक पासों कलेश खत्म होया, दूजे पासे शुरू कर लिया। कईयां दी जिंदगी इहो जी बन जाती है, वो कलेश बिना आप रह नहीं सकते ते दूजे नूं सुखी रहन नहीं दिंदे। बिना गल तो किसी दे नाल लड़ाई करनी, एवें मुद्दा बना लेना तुरे जांदे भी तू मेरे वाल वेख के घूर के वेखिया, तू मैनू वेख के मुछ नूं वट दिता है, तू मैनू वेख के हसिया क्यों है। इहो जिहियां निक्कियां निक्कियां गल्लां लभ के ते फिर लड़दा है। ते कई वारी कतल भी हो जाते। आपां अखबारां दियां सुर्खियां पढ़दे ना, खबरां पढ़दे ते कई खबरां इहो जिहियां मिल जांदियां कि रस्ते विच जांदियां थोड़ी जी तकरार होई है, लड़ पए ते आपस विच एक दूजे नूं मार के मर गए। सतगुरु पातशाह कहन लगे तू दुनिया विच लोकां नूं मुछ दा वट दे के नहीं विखाउण आया, दुनिया नूं घूर के वेखण नहीं आया, दुनिया नूं डराउण वास्ते नहीं आया। तू आया सी नाम जपण वास्ते, पर तू दुनिया ते आके पर अपवाद ना छूटै। तेरा झगड़ा खत्म ही नहीं होया। एक मैंबर दूजे नाल लड़दा पिया, दूजा गा तीजे नाल लड़दा पिया, किसे ना किसे नाल सिंह फसे ही होए ने। दुनिया विच आके ये कुछ कीता। गोबिंद हम ऐसे अपराधी, मैं इहो जिहा अपराधी हाँ। मनदे नहीं असीं भी आपां अपराधी हां, पर महाराज दी बाणी सच बोलदी, सच कहंदी है भी असीं है वाकिया ही इस तरह दे हां। आवागमन होत है फुन फुन, इहो प्रसंग ना टूटै। महाराज कहन लगे ਇਹਦੇ ਵਿੱਚ ਵਿਗੜਨਾ परमात्मा ਦਾ ਕੁਝ ਨਹੀਂ ਹੈ, ਵਿਗੜਨਾ ਤੇਰਾ ਹੀ ਹੈ। ਜਿਵੇਂ ਲੋਕਾਂ ਨਾਲ ਝਗੜਾ ਕਰੇਗਾ, ਜਿਵੇਂ ਲੋਕਾਂ ਦਾ ਧਨ ਖੋਵੇਂਗਾ, ਜਿਵੇਂ ਕੋਈ ਮਾੜਾ ਕਰਮ ਸਰੀਰ ਭੋਗੇਗਾ। ਆਵਾਗਮਨ ਹੋਤ ਹੈ ਫੁਨ ਫੁਨ, ਵਾਰ-ਵਾਰ ਦੁਨੀਆ ਤੇ ਆਉਣਾ ਤੈਨੂੰ ਹੀ ਪੈਣਾ ਹੈ। ਜੇ ਕਿਸੇ ਦਾ ਧਨ ਚੁਰਾ ਲਿਆ ਤੇ ਉਹਦਾ ਲੇਖਾ ਦੇਣ ਵਾਸਤੇ ਵੀ ਆਉਣਾ ਪਵੇਗਾ। ਜੇ ਪਰਾਏ ਸਰੀਰ ਨੂੰ ਮਾੜੀ ਨਿਗਾਹ ਨਾਲ ਵੇਖਿਆ, ਉਹਦਾ ਹਿਸਾਬ ਦੇਣ ਵੀ ਦੁਨੀਆ ਤੇ ਆਉਣਾ ਪਵੇਗਾ। ਜੇ ਕਿਸੇ ਦੀ ਨਿੰਦਿਆ ਕੀਤੀ ਹੈ ਤੇ ਹਿਸਾਬ ਉਹਦਾ ਵੀ ਦੇਣਾ ਦੁਨੀਆ ਤੇ ਪਵੇਗਾ, ਜਨਮਾਂ ਵਿੱਚ ਆਉਣਾ ਪਵੇਗਾ। ਮਹਾਰਾਜ ਕਹਿਣ ਲੱਗੇ ਆਵਾਗਮਨ ਹੋਤ ਹੈ ਫੁਨ ਫੁਨ। ਆਵਾਗਮਨ ਤੋਂ ਭਾਵ ਹੁੰਦਾ ਵੀ ਸੰਸਾਰ ਵਿੱਚ ਜਨਮ ਲੈ ਕੇ ਆਉਣਾ, ਔਰ ਇੱਕ ਵਾਰੀ ਨਹੀਂ। ਫੁਨ ਫੁਨ ਤੋਂ ਭਾਵ ਹੁੰਦਾ ਵੀ ਵਾਰ-ਵਾਰ ਜਨਮ ਲੈ ਕੇ ਆਉਣਾ। ਇੱਕ ਦਾ ਲੇਖਾ ਨਿਬੜਿਆ, ਇੱਕ ਜਨਮ ਚੋਂ ਦੂਜੇ ਦਾ ਲੇਖਾ ਪੈ ਗਿਆ, ਤੀਜੇ ਦਾ ਲੇਖਾ ਪੈ ਗਿਆ। ਇਹ ਪ੍ਰਸੰਗ ਫਿਰ ਟੁੱਟਦਾ ਹੀ ਨਹੀਂ, ਇਹ ਲੜੀ ਫਿਰ ਖਤਮ ਨਹੀਂ ਹੁੰਦੀ ਹੈ। ਲਾਟੂ ਮਧਾਨੀਆਂ ਨਗਾਹ ਪੰਖੀ ਭੌਂਦੀਆਂ ਲੈ ਨਸਾ, ਸੂਏ ਚਾੜ ਭੁਆਈਆ ਜੰਤ ਨਾਨਕ ਭੌਂਦਿਆਂ। ਪੱਖਾ ਕਿੰਨਾ ਕੁ ਘੁੰਮਦਾ ਪਿਆ, ਦੀ ਗਿਣਤੀ ਕੋਈ ਨਹੀਂ। ਵਧਾਨੀ ਲਾਟੂ ਕਿੰਨੇ ਘੁੰਮਦੇ, ਗਿਣਤੀ ਕੋਈ ਨਹੀਂ। ਬੰਦਿਆ ਤੇਰੇ ਜਨਮਾਂ ਵਿੱਚ ਤੂੰ ਕਿੰਨਿਆਂ ਵਿੱਚ ਘੁੰਮ ਆਇਆ, ਗਿਣਤੀ ਕੋਈ ਨਹੀਂ। ਘੁੰਮਣ ਘੇਰੀ ਵਿੱਚ ਪੈ ਗਿਆ, ਘੁੰਮੀ ਜਾਏਗਾ, ਖਾਤਮਾ ਹੈ ਹੀ ਨਹੀਂ। ਮਹਾਰਾਜ ਕਹਿਣ ਲੱਗੇ ਇਹੋ ਪ੍ਰਸੰਗ ਨਾ ਟੁੱਟੈ। ਇਹ ਲੜੀ ਖਤਮ ਨਹੀਂ ਹੋਣੀ ਤੇਰੇ ਜਨਮਾਂ ਦੀ, ਤੇਰੇ ਹਿਸਾਬ ਕਿਤਾਬ। ਜੇ ਕਰ ਕਥਾ ਹੋਰ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਕਥਾ ਹੁੰਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਜਿੱਥੇ ਕਥਾ ਹੁੰਦੀ ਹੈ ਨਾ ਹਰੀ ਹਰ ਪਰਮੇਸ਼ਰ ਦੀ, ਨਿਰੰਕਾਰ ਦੀ ਸਿਫਤ ਹੁੰਦੀ ਹੈ, ਉਥੇ ਇੱਕ ਨਿਮਖ ਜਿੰਨਾ ਵੀ ਫੇਰਾ ਪਾਉਣ ਦਾ ਮੇਰੇ ਕੋਲ ਸਮਾਂ ਨਹੀਂ ਹੈ। ਸੜਕ ਤੋਂ ਲੰਘਿਆ ਜਾਂਦਾ, ਬਾਹਰੋਂ ਹੀ ਮੱਥਾ ਟੇਕਦਾ ਦਰਵਾਜ਼ੇ ਤੋਂ, ਮੇਰੇ ਕੋਲ ਮੱਥਾ ਟੇਕਣ ਦਾ ਸਮਾਂ ਨਹੀਂ, ਮੈਂ ਲੇਟ ਹੁੰਦਾ ਪਿਆ। ਇੱਕ ਨਿਮਖ ਜਿੰਨਾ ਫੇਰਾ ਵੀ ਨਹੀਂ ਪਾਇਆ। ਜੇ ਕੋਈ ਸੰਗਤ ਵਿੱਚ ਚੱਲ ਕੇ ਆ ਜਾਂਦਾ ਨਾ, ਗੁਰਮੁਖੋ ਆ ਗਿਆ, ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ, ਉਹਦਾ ਇਹ ਵੀ ਸਮਾਂ ਸਫਲਾ ਹੈ, ਕਿਉਂਕਿ ਸੰਗਤ ਦੀ ਨਿਗਾਹ ਉਹਦੇ ਤੇ ਪੈਂਦੀ ਹੈ। ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ। ਇੰਨਾ ਸਮਾਂ ਵੀ ਸਫਲਾ ਜੇ ਇੰਨਾ ਵੀ ਕੱਢ ਕੇ ਆ ਜਾਵੇ। ਇਹ ਘਰੀ ਆਦੀ ਹੂਤੇ ਆਦ। ਮਨ ਨੂੰ ਸਮਝਾਉਣ ਦੀ ਗੱਲ ਹੈ। ਲਾਲ ਬੱਤੀ ਤੇ ਵੀ ਜਾ ਕੇ ਖੜਨਾ ਹੀ ਹੈ ਨਾ 2-4 ਮਿੰਟ, ਤੇ ਉਹ ਹੀ 2-4 ਮਿੰਟ ਦੇ ਸੰਗਤ ਵਿੱਚ ਆ ਜਾਵੇਂ, ਤੇਰਾ ਸਮਾਂ ਸਫਲਾ ਹੋ ਜਾ। ਮਹਾਰਾਜ ਕਹਿਣ ਲੱਗੇ ਨਹੀਂ, ਪਾਪ ਹੀ ਇੰਨੇ ਕਰ ਲੈ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਕਹਿਣ ਲੱਗਾ ਮੇਰੇ ਕੋਲ ਤੇ ਇੰਨਾ ਸਮਾਂ ਹੀ ਨਹੀਂ ਹੈਗਾ ਵੀ ਮੈਂ ਅੰਦਰ ਜਾਵਾਂ, ਮੈਂ ਬਾਹਰੋਂ ਬਾਹਰ ਹੀ ਭੱਜ ਜਾਣਾ ਠੀਕ ਸਮਝਦਾ।
ਲੰਪਟ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ। ਇਹ ਜਿਹੜੇ ਲੰਪਟ ਚਿੰਬੜੇ ਹੋਏ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਚੋਰ, ਇਹਨਾਂ ਨਾਲ ਮੈਨੂੰ ਰਹਿਣਾ ਬੜਾ ਚੰਗਾ ਲੱਗਦਾ। ਲੋਭ ਦੇ ਨਾਲ ਰਹਿਣਾ ਚੰਗਾ ਲੱਗਦਾ, ਕਾਮ ਦੇ ਨਾਲ ਰਹਿਣਾ ਚੰਗਾ ਲੱਗਦਾ, ਹੰਕਾਰ ਦੇ ਨਾਲ ਰਹਿਣਾ ਚੰਗਾ ਲੱਗਦਾ ਹੈ। ਇਹਨਾਂ ਚੋਰਾਂ ਵਕਾਰਾਂ ਦੇ ਨਾਲ ਮੈਨੂੰ ਰਹਿਣਾ ਚੰਗਾ ਲੱਗਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਇਹ ਜਿਹੜੇ ਦੁਨੀਆ ਦੇ ਲੋਕ ਚੋਰ ਨੇ, ਠੱਗ ਨੇ, ਬੇਈਮਾਨ ਨੇ, ਉਹਨਾਂ ਦੇ ਨਾਲ ਰਹਿਣਾ ਬੜਾ ਚੰਗਾ ਲੱਗਦਾ। ਕੋਈ ਬੰਦਾ ਝਗੜਾ ਕਰਨ ਵਾਲਾ ਹੈ, ਕੋਈ ਧੋਖਾ ਕਰਨ ਵਾਲਾ ਹੈ, ਕੋਈ ਠੱਗੀ ਮਾਰਨ ਵਾਲਾ ਹੈ, ਕੋਈ ਸ਼ਰਾਬ ਪੀਣ ਵਾਲਾ ਹੈ, ਕੋਈ ਨਸ਼ਾ ਕਰਨ ਵਾਲਾ, ਉਹਨਾਂ ਵਿੱਚ ਸਾਰਾ ਦਿਨ ਬੈਠਾ ਰਹੇਗਾ ਗਲਾਸੀ ਲੈ ਕੇ। ਉੱਥੇ ਨਹੀਂ ਥੱਕਦਾ, ਉੱਥੇ ਲੇਟ ਨਹੀਂ ਹੁੰਦਾ, ਉੱਥੇ ਆਖਦਾ ਕੋਈ ਨਹੀਂ ਅੱਜ ਨਹੀਂ ਕੰਮ ਕੀਤਾ ਕੱਲ ਨੂੰ ਕਰ ਲਵਾਂਗੇ। ਇਹ ਜਿਹੜੇ ਜੁੰਡੀ ਦੇ ਯਾਰ ਨੇ, ਇਹ ਨਹੀਂ ਛੱਡਣੇ, ਉੱਥੇ ਬੈਠਾ ਰਹਿੰਦਾ ਹੈ। ਜੇ ਆਖੀਏ ਵੀ ਗੁਰੂ ਦਰਬਾਰ ਵਿੱਚ, ਕਹਿਣ ਲੱਗਾ ਵੀ ਸਮਾਂ ਹੀ ਨਹੀਂ। ਲੰਪਟ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ। ਸਦਾ ਹੀ ਉਹਨਾਂ ਵਿੱਚ ਰਹਿਣਾ ਚਾਹੁੰਦਾ ਹੈ, ਵਸਣਾ ਚਾਹੁੰਦਾ ਹੈ। ਮਹਾਰਾਜ ਕਹਿਣ ਲੱਗੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ। ਸੰਪੈ ਕਹੀਏ ਧਨ ਦੌਲਤ। ਮੇਰੇ ਕੋਲ ਧਨ ਦੌਲਤ ਕੀ ਹੈ? ਮੇਰੇ ਕੋਲ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਨਿੰਦਿਆ ਹੈ, ਚੁਗਲੀ ਹੈ। ਮਹਾਰਾਜ ਇਹ ਧਨ ਮੈਂ ਇਕੱਠਾ ਕਰੀ ਬੈਠਾ। ਤੇ ਖੋਟੇ ਸਿੱਕਿਆਂ ਦੀ ਭਾਵੇਂ ਤੁਸੀਂ ਜੇਬ ਭਰ ਲਓ, ਤੇ ਖੋਟੇ ਸਿੱਕਿਆਂ ਦੀ ਜੇਬ ਭਰ ਕੇ ਬਾਜ਼ਾਰ ਵਿੱਚ ਚਲੇ ਜਾਓ, ਕੁਝ ਨਹੀਂ ਮਿਲਣਾ, ਕਿਉਂਕਿ ਸਿੱਕੇ ਖੋਟੇ ਨੇ। ਇਹ ਜਿਹੜੇ ਵਕਾਰ ਨੇ, ਸਿੱਕੇ ਖੋਟਿਆਂ ਵਰਗੇ, ਜਿੰਨੇ ਮਰਜ਼ੀ ਇਕੱਠੇ ਕਰਕੇ ਕੋਲ ਰੱਖ ਲਾ, ਇਹਦਾ ਵਟਿਆ ਕੁਝ ਨਹੀਂ ਜਾਣਾ। ਕਾਮ ਕ੍ਰੋਧ ਮਾਇਆ ਮਦ ਮਤਸਰ। ਮਤਸਰ ਨਾਮ ਈਰਖਾ ਦਾ, ਮਾਇਆ ਦਾ ਨਸ਼ਾ, ਦੁਨੀਆ ਨਾਲ ਈਰਖਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੰਪੈ ਮੋਹ ਮਾਹੀ। ਇਹ ਮੇਰੇ ਕੋਲ ਧਨ ਦੌਲਤ ਮੈਂ ਇਕੱਠੀ ਕਰੀ ਬੈਠਾ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਗੋਬਿੰਦ ਹਮੇ ਐਸੇ ਅਪਰਾਧੀ। ਦਇਆ ਕਰਨੀ ਹੈ, ਧਰਮ ਕਮਾਉਣਾ, ਗੁਰੂ ਦੀ ਸੇਵਾ ਕਰਨੀ, ਇਹ ਤੇ ਸੁਪਨੇ ਵਿੱਚ ਵੀ ਨਹੀਂ ਕਰਦਾ। ਜੇ ਸੁਪਨਾ ਵੀ ਦਇਆ ਦਾ ਆ ਜਾਵੇ ਤੇ ਕਹਿਣ ਲੱਗਾ ਮਾੜਾ ਹੀ ਆਇਆ, ਮੈਂ ਸੁਪਨੇ ਵਿੱਚ ਦਇਆ ਕੀਤੀ, ਇਹ ਨਹੀਂ ਸੀ ਕਰਨੀ ਚਾਹੀਦੀ। ਜੇ ਸੁਪਨੇ ਵਿੱਚ ਧਰਮ ਕਮਾ ਲਿਆ ਤੇ ਕਹਿਣ ਲੱਗਾ ਇਹ ਵੀ ਨਹੀਂ ਸੀ ਕਮਾਉਣਾ ਚਾਹੀਦਾ, ਸੁਪਨਾ ਗਲਤ ਆ ਗਿਆ। ਮੈਨੂੰ ਸੁਪਨਾ ਕਾਮ ਦਾ ਕਿਉਂ ਨਹੀਂ ਆਇਆ? ਮੈਨੂੰ ਸੁਪਨਾ ਲੋਭ ਦਾ, ਧਨ ਦੌਲਤ ਦਾ ਕਿਉਂ ਨਹੀਂ ਆਇਆ? ਇਹ ਸੁਪਨਾ ਧਰਮ ਦਾ ਕਿਉਂ ਆ ਗਿਆ? ਇਹ ਨਹੀਂ ਸੀ ਆਉਣਾ ਚਾਹੀਦਾ। ਮੈਂ ਸੁਪਨੇ ਵਿੱਚ ਗੁਰੂ ਦੀ ਸੰਗਤ ਦੀ ਸੇਵਾ ਕਰ ਲਈ, ਇਹ ਕਿਵੇਂ ਹੋ ਸਕਦਾ? ਸੁਪਨਾ ਹੀ ਕਿਉਂ ਮੈਨੂੰ ਇਹੋ ਜਿਹਾ ਆਇਆ? ਗੋਬਿੰਦ ਹਮੇ ਐਸੇ ਅਪਰਾਧੀ, ਇਸ ਤਰ੍ਹਾਂ ਦੇ ਮੈਂ ਗੁਨੇਗਾਰ ਹਾਂ। ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਛਲ। ਭੈ ਹਾਰੀ ਕਹਿਤ ਕਬੀਰ ਭੀਰ ਜਨ ਰਾਖੋ ਹਰ ਸੇਵਾ ਕਰਹੁ ਤੁਮਾਰੀ। ਮੇਰੀ ਇਹ ਬੇਨਤੀ ਹੈ ਕਿ ਮੈਨੂੰ ਹੱਥ ਦੇ ਕੇ ਰੱਖ ਲਓ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਕਹੋ ਕਹਾਂ ਆਪਣੀ ਅਦਮਾਹੀ। ਮਹਾਰਾਜ ਜੀ ਮੈਂ ਆਪਣੀ ਨੀਚਤਾਈ ਕਿੱਥੋਂ ਕੁ ਤੱਕ ਵਰਣਨ ਕਰਾਂ, ਮੈਂ ਕਰ ਹੀ ਨਹੀਂ ਸਕਦਾ ਮੈਂ ਕਿੱਡਾ ਨੀਚ ਹਾਂ। ਤੇ ਭਗਤ ਕਬੀਰ ਸਾਹਿਬ ਜੀਆਂ ਨੇ ਵੀ ਇਹ ਸ਼ਬਦ ਵਿੱਚ ਆਖਿਆ ਹਮ ਐਸੇ ਅਪਰਾਧੀ। ਮਹਾਰਾਜ ਸਮਝਾਉਂਦੇ ਹਨ ਮੈਂ ਦੁਨੀਆ ਵਿੱਚ ਆ ਕੇ, ਕਣਕ ਨਾਮ ਸੋਨੇ ਦਾ ਹੈ, ਮੈਂ ਸੋਨੇ ਵਿੱਚ ਹੀ ਫਸ ਗਿਆ। ਸੋਨਾ ਖਰੀਦ ਲਵਾਂ, ਚਾਂਦੀ ਖਰੀਦ ਲਵਾਂ, ਹੀਰੇ ਮੋਤੀ ਜਵਾਹਰਾਤ ਧਰਤੀਆਂ ਜ਼ਮੀਨਾਂ ਖਰੀਦ ਲਵਾਂ, ਐਸੇ ਧਨ ਦੌਲਤ ਨੂੰ ਖਰੀਦਣ ਵਿੱਚ ਫਸ ਗਿਆ। ਤੇ ਦੁਨੀਆ ਸਾਰੀ ਫਸੀ ਹੋਈ ਹੈ, ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਫਾਈ ਪਈ ਹੈ। ਮਹਾਰਾਜ ਕਹਿਣ ਲੱਗੇ ਉਰਜਿਓ ਕਣਕ, ਕਣਕ ਨਾਮ ਸੋਨੇ ਦਾ, ਸੋਨੇ ਨੂੰ ਖਰੀਦਣ ਵਿੱਚ ਫਸਿਆ। ਕਾਮਨੀ ਕੇ ਰਸ, ਕਾਮਨੀ ਨਾਮ ਇਸਤਰੀ ਦਾ, ਕਹਿਣ ਲੱਗਾ ਵੀ ਇਸਤਰੀ ਦੇ ਰਸ ਵਿੱਚ ਵੀ ਫਸਿਆ, ਇਹਨਾਂ ਔਗਣਾ ਵਿੱਚ ਫਸਿਆ ਹੋਇਆ ਹਾਂ। ਮੈਂ ਪ੍ਰਮਾਤਮਾ ਦੀ ਕੀਰਤੀ ਕਰਨੀ ਕਦੇ ਗਾਈ ਨਹੀਂ ਹੈ, ਰੱਬ ਦਾ ਨਾਮ ਕਦੇ ਗਾਉਣਾ ਚੰਗਾ ਸਮਝਿਆ ਹੀ ਨਹੀਂ। ਮੂੰਹ ਤੋਂ ਗੀਤ ਤੇ ਨਿਕਲਦਾ ਪਰ ਗੋਬਿੰਦ ਗੀਤ ਨਹੀਂ ਨਿਕਲਦਾ ਹੈ। ਦੁਨਿਆਵੀ ਗੰਦਾ ਗੀਤ ਹੀ ਮੂੰਹੋਂ ਨਿਕਲਦਾ, ਦੁਨੀਆ ਨੂੰ ਬੋਲ ਬੋਲ ਕੇ ਸੁਣਾਉਂਦਾ ਹੈ। ਪ੍ਰਮਾਤਮਾ ਦੀ ਕੀਰਤ ਕਦੇ ਮੈਂ ਗਾਈ ਨਹੀਂ, ਕਦੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਨਹੀਂ ਹੈ। ਜਗ ਝੂਠੇ ਕੋ ਸਾਚ ਜਾਣ ਕੇ, ਇਹ ਜਗ ਹੈ ਤੇ ਝੂਠਾ ਗੁਰਮੁਖੋ, ਪਰ ਇਹਨੂੰ ਸੱਚਾ ਜਾਣ ਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਪੜ੍ਹਨੀ ਬੜੀ ਸੌਖੀ ਹੈ,
ਔਰ ਬੜੀ ਸਿੱਧੀ ਸਮਝ ਪੈਂਦੀ ਹੈ। ਭਗਤਾਂ ਵਿੱਚੋਂ ਬਾਬਾ ਫਰੀਦ ਸਾਹਿਬ ਦੀ ਬਾਣੀ ਬੜੀ ਸੌਖੀ ਹੈ, ਸਿੱਧੀ ਸਮਝ ਪੈਣ ਵਾਲੀ ਹੈ। ਮਹਾਰਾਜ ਕਹਿਣ ਲੱਗੇ ਜਗ ਝੂਠੇ ਕਉ, ਸੰਸਾਰ ਸੀ ਝੂਠਾ ਨਾਸਵੰਤ, ਪਰ ਸਾਚ ਜਾਣ ਕੇ ਮੈਂ ਇਹਨੂੰ ਸੱਚਾ ਜਾਣ ਲਿਆ, ਵੀ ਇਹ ਕਦੇ ਜਾਣ ਵਾਲਾ ਨਹੀਂ ਹੈ। ਮੇਰੀ ਤੇ ਸੰਸਾਰ ਦੇ ਵਿੱਚ ਰੁਚੀ ਪੈਦਾ ਹੋ ਗਈ, ਮੈਂ ਦੁਨੀਆ ਵਿੱਚ ਹੀ ਲੱਗ ਗਿਆ, ਆ ਵੀ ਕਰ ਲਵਾਂ, ਆ ਵੀ ਬਣਾ ਲਵਾਂ, ਆ ਵੀ ਹੋ ਜਾਵੇ। ਇਹੋ ਜੀ ਰੁਚੀ ਲਾਈ ਸੰਸਾਰ ਵਿੱਚ, ਧਿਆਨ ਲਾਇਆ ਵੀ ਧਿਆਨ ਕਦੇ ਸੰਸਾਰ ਵੱਲੋਂ ਚੁੱਕਿਆ ਹੀ ਨਹੀਂ, ਸੰਸਾਰ ਵੱਲੋਂ ਚੁੱਕੇ ਧਿਆਨ ਕਦੇ ਨਿਰੰਕਾਰ ਵੱਲ ਲਾਇਆ ਹੀ ਨਹੀਂ। ਇਹੋ ਜੀ ਰੁਚੀ, ਇਹੋ ਜਿਹਾ ਧਿਆਨ ਦੁਨੀਆ ਦਾ ਪੈਦਾ ਹੋਇਆ ਹੈ। ਉਹ ਜਿਹੜਾ ਦੀਨਾ ਬੰਧੂ ਪਰਮਾਤਮਾ ਹੈ, ਉਹਦਾ ਕਦੇ ਸਿਮਰਨ ਨਹੀਂ ਕੀਤਾ ਹੈ। ਜਿਸ ਨੇ ਅੰਤ ਵੇਲੇ ਸਹਾਇਤਾ ਕਰਨੀ ਸੀ ਨਾ, ਉਹਨੂੰ ਕਦੇ ਨਹੀਂ ਯਾਦ ਕੀਤਾ। ਦੀਨ ਬੰਧ ਤੋਂ ਭਾਵ ਹੁੰਦਾ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ, ਗਰੀਬਾਂ ਨੂੰ ਪਿਆਰ ਕਰਨ ਵਾਲਾ। ਉਹਦਾ ਸਿਮਰਨ ਕਦੇ ਨਹੀਂ ਕੀਤਾ। ਜੇ ਮੈਂ ਕਰ ਲੈਂਦਾ ਹੋਤ ਜੋ ਸੰਗ ਸਹਾਈ, ਉਹਨੇ ਮੇਰਾ ਇਸ ਲੋਕ ਦੇ ਵਿੱਚ ਵੀ ਸਾਥ ਦੇਣਾ, ਉਹ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਣਾ ਉੱਥੇ ਵੀ ਸਾਥ ਦੇਣਾ। ਜਿਨੇ ਲੋਕ ਪਰਲੋਕ ਵਿੱਚ ਮੇਰੀ ਸਹਾਇਤਾ ਕਰਨੀ ਸੀ, ਮੈਂ ਕਦੇ ਉਹਨੂੰ ਸਿਮਰਿਆ ਨਹੀਂ ਹੈ। ਇਸ ਮਾਇਆ ਦੇ ਵਿੱਚ ਇਹੋ ਜਿਹਾ ਮਸਤ ਰਿਹਾ, ਰਾਤ ਨੂੰ ਵੀ ਮਾਇਆ ਦੇ ਸੁਪਨੇ, ਦਿਨੇ ਵੀ ਮਾਇਆ ਦੇ ਸੁਪਨੇ, ਦਿਨੇ ਵੀ ਧੰਦਿਆਂ ਦੀਆਂ ਗੱਲਾਂ, ਰਾਤ ਨੂੰ ਵੀ ਬਿਜ਼ਨਸ ਵਪਾਰ ਦੀਆਂ ਗੱਲਾਂ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ, ਸੋ ਪ੍ਰਭ ਚਿਤ ਨਾ ਆਵਈ ਨਾਨਕ। ਸਾਹ ਲੈਣਾ ਤੇ ਭੁੱਲ ਸਕਦਾ ਕੋਈ ਨਹੀਂ, ਇੱਕ ਵਾਰੀ ਨਹੀਂ ਲਿਆ ਦੂਜਾ ਸਾਹ ਲੰਮਾ ਲੈ ਲਵਾਂਗਾ। ਸਾਹ ਲੈਣਾ ਭੁੱਲ ਸਕਦਾ ਹੈ, ਮਾਇਆ ਦੀ ਗੱਲ ਕਰਨੋਂ, ਮਾਇਆ ਕਮਾਉਣੋਂ ਨਹੀਂ ਭੁੱਲ ਸਕਦਾ। ਮਾਇਆ ਮਨੋ ਨਾ ਵਿਸਰੈ, ਮਾਇਆ ਨਹੀਂ ਮਨ ਤੋਂ ਭੁੱਲਦੀ। ਸਾਹ ਲੈਣਾ ਤੇ ਹੋ ਸਕਦਾ ਭੁੱਲ ਜਾਵੇ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਰਾਤ ਦਿਨੇ ਮਾਇਆ ਵਿੱਚ ਇਹੋ ਜਿਹਾ ਮਸਤ ਹੋਇਆ, ਇਹੋ ਜਿਹਾ ਡੁੱਬਿਆ ਹੋਇਆ ਹੈ। ਮਹਾਰਾਜ ਕਹਿਣ ਲੱਗੇ ਇਹਦੇ ਮਨ ਦੀ ਅਵਿਦਿਆ ਰੂਪੀ ਮੈਲ ਨਹੀਂ ਛੁੱਟੀ ਹੈ। ਕਾਈ ਨਾਮ ਗੁਰਮੁਖੋ ਮੈਲ ਦਾ ਹੀ ਹੈ। ਅਵਿਦਿਆ ਰੂਪੀ ਮੈਲ ਜਿਹੜੀ ਮਨ ਨੂੰ ਲੱਗੀ ਹੈ, ਉਹ ਛੁੱਟ ਨਹੀਂ ਸਕੀ, ਛੱਡ ਨਹੀਂ ਸਕਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਸਰੂਪ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿ ਨਾਨਕ ਅਬ ਨਾਹੇ ਅਨੰਤ ਗਤ। ਹੁਣ ਮੇਰੀ ਗਤੀ ਜਿਹੜੀ ਹੈ ਹੋਰ ਕਿਸੇ ਤਰੀਕੇ ਨਾਲ ਨਹੀਂ ਹੋ ਸਕਦੀ ਹੈ। ਹੁਣ ਤੇ ਕੇਵਲ ਇੱਕ ਗੁਰੂ ਦੀ ਸ਼ਰਨ ਹੀ ਮੇਰੇ ਕੋਲ ਹੈ। ਜੇ ਮੈਂ ਗੁਰੂ ਦੀ ਸ਼ਰਨ ਆ ਜਾਵਾਂ, ਜਿੰਨੇ ਮੈਂ ਪਾਪ ਕੀਤੇ ਨੇ ਮੈਨੂੰ ਗੁਰੂ ਹੀ ਛੁਡਾ ਸਕਦਾ ਹੈ। ਗੁਰੂ ਦੇ ਕੋਲ ਆਉਣ ਤੋਂ ਬਿਨਾ ਨਾਹੇ ਅਨੰਤ ਗਤ, ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈ ਮੁਕਤ ਹੋਣ ਦਾ। ਹੋਰ ਕੋਲ ਮੇਰੇ ਕੋਲ ਟਿਕਾਣਾ ਹੀ ਨਹੀਂ ਹੈ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਬਿਨ ਹਰ ਕੀ ਸਰਨਾਈ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਮੇਰੇ ਕੋਲ ਕੋਈ ਰਸਤਾ ਹੀ ਨਹੀਂ ਕਿ ਜਿਹੜੇ ਰਸਤੇ ਤੇ ਚੱਲ ਕੇ ਮੈਂ ਮੁਕਤ ਹੋ ਜਾਵਾਂ। ਮੇਰੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਹੈ ਜਿਹੜਾ ਉਪਾਅ ਕਰਕੇ ਮੁਕਤ ਹੋ ਜਾਵਾਂ। ਮੇਰੇ ਕੋਲ ਹੋਰ ਕੋਈ ਯਤਨ ਹੀ ਨਹੀਂ ਹੈ ਵੀ ਜਿਹੜਾ ਮੈਂ ਯਤਨ ਕਰਕੇ ਕੋਈ ਸਿਫਾਰਿਸ਼ ਲਾ ਕੇ ਮੈਂ ਮੁਕਤ ਹੋ ਜਾਵਾਂ। ਨਹੀਂ, ਮੇਰੇ ਗੁਨਾਹ ਹੀ ਇੰਨੇ ਨੇ, ਮੇਰੇ ਪਾਪ ਹੀ ਇੰਨੇ ਨੇ ਕਿ ਗੁਰੂ ਤੋਂ ਬਿਨਾ ਮੈਨੂੰ ਹੁਣ ਕੋਈ ਮੁਆਫ ਨਹੀਂ ਕਰਵਾ ਸਕਦਾ। ਮੇਰੇ ਕੋਲ ਦੂਜਾ ਰਸਤਾ ਹੈ ਹੀ ਨਹੀਂ, ਕੋਈ ਆਪਸ਼ਨ ਹੈ ਹੀ ਨਹੀਂ ਵੀ ਮੈਂ ਉਹ ਵਰਤ ਲਵਾਂ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਮੇਰੇ ਕੋਲ ਨਹੀਂ ਹੈ ਦੂਜਾ ਰਸਤਾ, ਨਹੀਂ ਹੈ ਕੋਈ ਉਪਾਅ, ਕੋਈ ਯਤਨ। ਬਿਨ ਹਰ ਕੀ ਸਰਨਾਈ, ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਇੱਕੋ ਹੀ ਰਸਤਾ ਰਹਿ ਗਿਆ, ਗੁਰੂ ਦੇ ਕੋਲ ਆ ਕੇ ਮੈਂ ਮਾਫੀ ਮੰਗ ਕੇ ਆਪਣੇ ਆਪ ਨੂੰ ਬਚਾ ਲਵਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਹ ਇੱਕ ਹੀ ਸ਼ਬਦ ਹੈ ਟੋਡੀ ਰਾਗ ਦੇ ਵਿੱਚ। ਇਹ ਆਪਾਂ ਅੱਜ ਸਰਵਣ ਕੀਤਾ, ਕੱਲ ਨੂੰ ਭਗਤਾਂ ਦੀ ਬਾਣੀ ਸਰਵਣ ਕਰਾਂਗੇ। ਫਿਰ ਸਮਾਪਤੀ ਇਸ ਰਾਗ ਦੀ ਹੋਵੇਗੀ। ਭੁੱਲਾਂ ਦੀ ਮੁਆਫੀ, ਜੋ ਸੱਜਣਾ ਸੜੀਆਂ ਜੋ ਹੋਵੇ ਸਾਹਿਬ ਸਮੇਲਾ। ਮਗਨ ਰਹਿਓ ਮਾਇਆ ਮੈਂ ਨਿਸਤਿਨ, ਛੁੱਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਬਿਨ ਹਰ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।